सतगुरु जी की साजी नवाजी गुरु रूप गुरु खालसा साध संगत जीओ वाहिगुरु जी का खालसा वाहिगुरु जी की फतेह। सो सतगुरु सच्चे पातशाह जी की प्यारी गुरु संगत जीओ, जिस तरह कलयुग का प्रभाव होने करके आप सारे ही देखते हाँ कि कलयुग के सतगुरु गुरु ग्रंथ साहब महाराज सच्चे पातशाह जो कि कलयुग के बोहत कलयुग के जहाज हैं, चवर छत्र तखत के मालक हैं। सो सतगुरु गुरु ग्रंथ साहब महाराज सच्चे पातशाह जी की बाणी जो आप पढ़ते हैं, गुरु के प्यारे एक ओंकार सतनाम करता पुरख तो शुरू होंगी है। 1430 अंग सतगुरु जी ने बख्शिश किए हैं। ਜਦੋਂ ਆਪਾਂ ਗੁਰਬਾਣੀ ਪੜ੍ਹੀਏ ਜਾਂ ਸੁਣੀਏ, ਆਪਾਂ ਨੂੰ ਇੱਕੋ ਹੀ ਗੱਲ ਸਾਹਮਣੇ ਆਏਗੀ। ਸਤਿਗੁਰੂ ਜੀ ਹਰ ਪੰਕਤੀ ਦੇ ਵਿੱਚ ਵਾਰ-ਵਾਰ ਇੱਕੋ ਹੀ ਗੱਲ ਕਹਿ ਰਹੇ ਹਨ ਕਿ ਹੇ ਜੀਵ, ਤੂੰ ਕੇਵਲ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨਾ ਕਰ, ਤੇਰੇ ਸਾਰੇ ਦੁੱਖਾਂ ਨੂੰ ਮੈਂ ਖਤਮ ਕਰ ਦਿਆਂਗਾ। ਤੇਰੇ ਸਰੀਰ ਦੇ ਅੰਦਰ, ਤੇਰੇ ਮਨ ਦੇ ਅੰਦਰ ਜਿਤਨੇ ਵੀ ਸੰਤਾਪ ਹਨ, ਜਿਤਨੇ ਵੀ ਮਾੜੇ ਵਿਚਾਰ ਚੱਲ ਰਹੇ ਹਨ, ਜੋ ਕਿ ਤੇਰੇ ਦੁੱਖਾਂ ਦਾ ਕਾਰਨ ਬਣ ਰਹੇ ਹਨ, ਜੋ ਕਿ ਤੇਰੀ ਚਿੰਤਾ ਦਾ ਕਾਰਨ ਬਣ ਰਹੇ ਹਨ, ਉਹਨਾਂ ਨੂੰ ਤੂੰ ਨਾਮ ਨਾਲ ਜਪ ਕੇ ਦੂਰ ਕਰ ਸਕਦਾ ਹੈ। ਗੁਰਮੁਖੋ, ਸਾਨੂੰ ਨਾਮ ਦੀ ਕੀਮਤ ਨਹੀਂ ਪਤਾ ਹੈ, ਕਿਉਂਕਿ ਅਸੀਂ ਨਾਮ ਨਹੀਂ ਜਪਿਆ ਹੈ। ਸਾਨੂੰ ਲੱਗਦਾ ਹੈ ਕਿ ਵਾਹਿਗੁਰੂ ਦਾ ਨਾਮ, ਜੋ ਅਕਾਲ ਪੁਰਖ ਦਾ ਨਾਮ, ਅੱਲਾ ਗੋਡ ਰਾਮ ਦਾ ਜੋ ਨਾਮ ਹੈ, ਇਹ ਕੇਵਲ 4 ਅੱਖਰ ਹਨ, ਇਹ ਕੇਵਲ 2 ਅੱਖਰ ਹਨ, ਇਹ ਕੇਵਲ 2.5 ਅੱਖਰ ਹਨ। ਨਹੀਂ ਗੁਰਮੁਖੋ, ਜਿਨ੍ਹਾਂ ਵੀ ਗੁਰਮੁਖ ਗੁਰਸਿੱਖਾਂ ਨੇ, ਜਿਨ੍ਹਾਂ ਵੀ ਭਗਤ ਜਨਾਂ ਨੇ, ਜਿਨ੍ਹਾਂ ਨੇ ਵੀ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਹੈ, ਉਹਨਾਂ ਨੂੰ ਪੁੱਛ ਕੇ ਦੇਖੋ, ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਦਾ ਨਾਮ, ਰੱਬ ਦਾ ਨਾਮ ਕਿੰਨਾ ਤਾਕਤਵਰ ਹੈ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਾਸ ਵਿਸਵਮ ਪਰ ਏਕਾ, ਨਾਮ ਜਪ ਅਗਣਤ ਅਨੇਕਾ। ਇਸ ਕਰਕੇ ਗੁਰਮੁਖੋ, ਵਾਹਿਗੁਰੂ ਮੰਤਰ, ਮੂਲ ਮੰਤਰ, ਗੁਰਬਾਣੀ ਦਾ ਜਾਪ ਆਪਾਂ ਸਾਰੇ ਕਲਯੁਗ ਦੇ ਵਿੱਚ ਕਰ ਸਕਦੇ ਹਾਂ। ਗੁਰੂ ਜੀ ਦੇ ਪਿਆਰਿਓ, ਅੱਜ ਸਾਰਿਆਂ ਦਾ ਹੀ ਜੀਵਨ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਹਨ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਹੀ ਸੰਸਾਰ ਦੁੱਖਾਂ ਦੇ ਵਿੱਚ ਪਿਆ ਹੋਇਆ ਹੈ। ਕਿਸੇ ਨੂੰ ਕੰਮ ਦੀ ਚਿੰਤਾ ਹੈ, ਕਿਸੇ ਨੂੰ ਸੰਤਾਨ ਦੀ ਚਿੰਤਾ ਹੈ, ਕਿਸੇ ਨੂੰ ਸਰੀਰਕ ਰੋਗ ਲੱਗੇ ਹੋਏ ਹਨ। ਗੁਰਮੁਖੋ, ਕਿਸੇ ਨੂੰ ਹੋਰ ਕਿਸੇ ਤਰ੍ਹਾਂ ਦੀ ਚਿੰਤਾ ਹੈ, ਪਰਿਵਾਰਿਕ ਚਿੰਤਾ ਹੈ। ਸਾਰਾ ਸੰਸਾਰ ਹੀ ਚਿੰਤਾ ਦੇ ਵਿੱਚ ਹੈ। ਚਿੰਤਤ ਹੀ ਦਿਸਹਿ ਸਭ ਕੋਇ, ਮਹਾਰਾਜ ਸੱਚੇ ਪਾਤਸ਼ਾਹ ਆਖਦੇ ਹਨ। ਪਰ ਚਿੰਤਾ ਤੋਂ ਰਹਿਤ ਕਿਵੇਂ ਹੋਇਆ ਜਾ ਸਕਦਾ ਹੈ? ਗੁਰੂ ਜੀ ਦੇ ਪਿਆਰਿਓ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਬੇਨਤੀ ਕਰਨੀ ਹੈ, ਉਹਨਾਂ ਦੇ ਸਨਮੁਖ ਜਾ ਕੇ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨੇੜੇ ਨਹੀਂ ਹਾਂ, ਕਿਸੇ ਐਸੇ ਸਥਾਨ ਤੇ ਬੈਠੇ ਹਾਂ ਜਿੱਥੇ ਸਤਿਗੁਰੂ ਜੀ ਨਹੀਂ ਹਨ, ਕੋਲੇ ਗੁਰਦੁਆਰਾ ਸਾਹਿਬ ਨਹੀਂ ਹੈ, ਗੁਰੂ ਘਰ ਨਹੀਂ ਹੈ, ਆਪਾਂ ਉੱਥੇ ਖੜ ਕੇ ਹੀ ਬੇਨਤੀ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ਿਸ਼ ਕਰੋ, ਸਿਮਰਨ ਦੀ ਦਾਤ ਬਖਸ਼ਿਸ਼ ਕਰੋ। ਚਾਹੇ ਤੁਸੀਂ ਅੰਮ੍ਰਿਤ ਛਕਿਆ ਹੈ, ਗੁਰੂ ਵਾਲੇ ਹੋ ਜਾਂ ਨਹੀਂ ਹੋ, ਤੁਸੀਂ ਸਿਮਰਨ ਕਰ ਸਕਦੇ ਹੋ। ਗੁਰਮੁਖੋ, ਭਗਤੀ ਕਰ ਸਕਦੇ ਹੋ। ਭਗਤੀ ਕਿਸ ਤਰ੍ਹਾਂ ਕਰਨੀ ਹੈ? ਜਿਸ ਤਰ੍ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਨਾਲ 5 ਪਿਆਰੇ ਸਾਹਿਬਾਨ ਆਪਾਂ ਨੂੰ ਵਾਹਿਗੁਰੂ ਗੁਰਮੰਤਰ ਦਿੰਦੇ ਹਨ। ਵਾਹਿਗੁਰੂ ਗੁਰਮੰਤਰ ਦੇ ਨਾਲ ਨਾਲ ਆਪਾਂ ਨੂੰ ਮੂਲ ਮੰਤਰ ਦਿੰਦੇ ਹਨ, ਨਾਨਕ ਹੋਸੀ ਭੀ ਸੱਚ ਤੱਕ, ਅਤੇ ਆਪਾਂ ਨੂੰ ਆਖਦੇ ਹਨ ਗੁਰਬਾਣੀ ਦਾ ਆਸਰਾ ਲਓ, 5 ਬਾਣੀਆਂ ਦਾ ਨਿਤਨੇਮ ਰਹਿਰਾਸ ਸ਼ਾਮ ਨੂੰ ਅਤੇ ਸੋਹਿਲਾ ਸਾਹਿਬ ਕਰਨਾ ਹੈ। 5 ਬਾਣੀਆਂ ਅੰਮ੍ਰਿਤ ਵੇਲੇ ਦੀਆਂ ਹਨ ਗੁਰਮੁਖੋ। ਤੇ ਅਭਿਆਸ ਕਰਨਾ ਕਿਸ ਤਰ੍ਹਾਂ ਹੈ ਗੁਰਮੁਖੋ? ਭਗਤੀ ਦੇ ਰਸਤੇ ਤੇ ਕਿਸ ਤਰ੍ਹਾਂ ਚੱਲਣਾ ਹੈ? ਗੁਰੂ ਜੀ ਦੇ ਪਿਆਰਿਓ, ਸਭ ਤੋਂ ਪਹਿਲਾਂ ਆਪਾਂ ਗੁਰਮੰਤਰ ਦਾ ਅਭਿਆਸ ਕਰ ਸਕਦੇ ਹਾਂ। ਜਿਹੜੇ ਗੁਰਮੁਖ ਗੁਰਬਾਣੀ ਨਹੀਂ ਪੜ੍ਹ ਸਕਦੇ, ਜਿਨ੍ਹਾਂ ਦੇ ਕੋਲੇ ਪੰਜਾਬੀ ਵਿੱਦਿਆ ਜਿਨ੍ਹਾਂ ਨੇ ਨਹੀਂ ਪੜ੍ਹੀ ਹੋਈ, ਕਈ ਦੂਸਰੇ ਸਕੂਲਾਂ 'ਚ ਪੜ੍ਹਦੇ ਹਨ, ਦੂਸਰੇ ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਰਹਿੰਦੇ ਹਨ। ਗੁਰਮੁਖੋ, ਵਾਹਿਗੁਰੂ ਮੰਤਰ, ਮੂਲ ਮੰਤਰ ਦਾ ਅਭਿਆਸ ਹੀ ਸਾਨੂੰ ਵਾਹਿਗੁਰੂ ਦੇ ਨਾਲ ਮਿਲਾ ਸਕਦਾ ਹੈ। ਵਾਹਿਗੁਰੂ ਦੇ ਨਾਲ ਨਾਮ ਕਿਸ ਤਰ੍ਹਾਂ ਮਿਲਾਉਂਦਾ ਹੈ? ਗੁਰੂ ਜੀ ਦੇ ਪਿਆਰੇ ਹੋ, ਜੇ ਆਪਾਂ ਸਤਿਗੁਰੂ ਮਹਾਰਾਜ ਜੀ ਨੂੰ ਪੁੱਛੀਏ ਵੀ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਦਾ ਨਾਮ ਕਿਸ ਤਰ੍ਹਾਂ ਵਾਹਿਗੁਰੂ ਦੇ ਨਾਲ ਮਿਲਾਉਂਦਾ ਹੈ? ਸਤਿਗੁਰੂ ਆਖਦੇ ਹਨ, ਜਿਨ ਹਰ ਜਪਿਆ ਸਿਆ ਹਰ ਹੋਏ। ਵਾਹਿਗੁਰੂ ਦਾ ਜੋ ਨਾਮ ਹੈ, ਇਹ ਅੱਖਰ ਨਹੀਂ ਹਨ ਗੁਰਮੁਖੋ, ਇਹ ਸ਼ਬਦ ਹੈ। ਸ਼ਬਦ ਗੁਰੂ ਸੁਰਤਨ ਚੇਲਾ। ਸੋ ਵਾਹਿਗੁਰੂ ਦਾ ਸਿਮਰਨ ਜਦੋਂ ਅਸੀਂ ਕਰਦੇ ਹਾਂ, ਸਾਡੇ ਅੰਦਰ ਵਾਹਿਗੁਰੂ ਦੀ ਯਾਦ ਪੈਦਾ ਹੁੰਦੀ ਹੈ। ਸਾਡੇ ਅੰਦਰ, ਸਾਡੇ ਮਨ ਦੇ ਅੰਦਰ, ਸਾਡੇ ਅੰਤਰਾਤਮੇ ਦੇ ਅੰਦਰ ਵਾਹਿਗੁਰੂ ਦੀ ਛਵੀ ਪੈਦਾ ਹੁੰਦੀ ਹੈ। ਸਾਡਾ ਮਨ ਵਾਹਿਗੁਰੂ ਦੇ ਨਾਲ ਜੁੜਦਾ ਹੈ। ਹੌਲੀ ਹੌਲੀ ਕੀ ਹੁੰਦਾ ਹੈ? ਜੁੜਦੇ ਸਾਡਾ ਮਨ ਵਾਹਿਗੁਰੂ ਦੇ ਮੰਡਲ ਦੇ ਵਿੱਚ ਜਾਣ ਲੱਗ ਜਾਂਦਾ ਹੈ। ਵਾਹਿਗੁਰੂ ਨੂੰ ਮਿਲਣ ਦੀਆਂ 4 ਅਵਸਥਾਵਾਂ ਮਹਾਰਾਜ ਜੀ ਨੇ ਸ਼ਬਦ ਦੇ ਦੁਆਰਾ ਦੱਸੀਆਂ ਹਨ, ਬੈਖਰੀ, ਮਧਮਾ, ਪਸੰਤੀ, ਪਰਾ। ਅਤੇ ਇਹਨਾਂ ਅਵਸਥਾਵਾਂ ਨੂੰ ਲੰਘਦਾ ਹੋਇਆ ਜੀਵ, ਬੈਖਰੀ ਅਵਸਥਾ ਕੀ ਹੈ? ਬੋਲ ਕੇ ਸਿਮਰਨ ਕਰਨਾ। ਮਧਮਾ ਅਵਸਥਾ ਕੀ ਹੈ? ਅੰਤਰਗਤ ਅੰਦਰ ਗੁਪਤ ਸਿਮਰਨ ਕਰਨਾ। ਪਸੰਤੀ ਅਵਸਥਾ ਕੀ ਹੈ? ਅੰਦਰੋਂ ਸਿਮਰਨ ਆਪਣੇ ਆਪ ਚੱਲਣਾ,
ਜੀਵ ਨਾ ਹਿਲਣੀ, ਬੁੱਲ ਨਾ ਹਿੱਲਣੇ, ਅੰਦਰੋਂ ਸਿਮਰਨ ਚੱਲਣਾ। ਅਤੇ ਪਰਾ ਅਵਸਥਾ ਦੇ ਵਿੱਚ ਕੀ ਹੈ ਗੁਰਮੁਖੋ, ਰੂਮ ਰੂਮ ਸਿਮਰਨ ਦੇ ਵਿੱਚ ਜਾ ਕੇ ਨਿਰਗੁਣ ਬ੍ਰਹਮ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦਾ ਹੈ। ਉੱਥੇ ਅਨਹਦ ਸ਼ਬਦ ਚੱਲ ਰਿਹਾ ਹੈ, ਵਾਹਿਗੁਰੂ ਮੰਤਰ ਜਾਂ ਜਿਸ ਵੀ ਸ਼ਬਦ ਦਾ ਤੁਸੀਂ ਜਾਪ ਕੀਤਾ ਹੈ ਉਹੀ ਸ਼ਬਦ ਬ੍ਰਹਮੰਡ ਦੇ ਵਿੱਚੋਂ ਤੁਹਾਨੂੰ ਸੁਣਾਈ ਦੇਗਾ। ਉਸ ਸ਼ਬਦ ਨੂੰ ਜਦੋਂ ਸੁਣੇਗਾ ਤਾਂ ਸੁਰਤ ਮਤਵਾਲੀ ਹੋ ਜਾਏਗੀ। ਉਸ ਮਿੱਠੇ ਸ਼ਬਦ ਨੂੰ ਜਦੋਂ ਸੁਣੇਗਾ ਤਾਂ ਸਰੀਰ ਤੋਂ ਉੱਪਰ ਹੋ ਜਾਏਗਾ। ਸਰੀਰ ਤੋਂ ਉੱਪਰ ਹੋ ਕੇ ਬ੍ਰਹਮੰਡ ਦੇ ਵਿੱਚ ਇਸ ਦੀ ਆਤਮਾ, ਇਸ ਦਾ ਮਨ ਲੀਨ ਹੋਇਆ ਰਹੇਗਾ। ਇਹ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰੇਗਾ ਜਿਸ ਤਰ੍ਹਾਂ ਮੈਂ ਸਰੀਰ ਨਹੀਂ ਹਾਂ, ਮੈਂ ਆਕਾਸ਼ ਦੇ ਵਿੱਚ ਫੈਲਿਆ ਹੋਇਆ, ਜਿੱਥੇ ਕਿ ਕੋਈ ਆਕਾਰ ਨਹੀਂ ਹੈ, ਜਿੱਥੇ ਕਿ ਸੂਰਜ, ਚੰਦ, ਤਾਰੇ ਵੀ ਖਤਮ ਹੋ ਜਾਂਦੇ ਹਨ, ਜਿੱਥੇ ਕੁੱਲ ਖੰਡ ਬ੍ਰਹਮੰਡ ਵੀ ਖਤਮ ਹੋ ਜਾਂਦੇ ਹਨ। ਮੈਂ ਉੱਥੇ ਟਿਕਿਆ ਹੋਇਆ ਇੱਕ ਆਤਮਾ ਹਾਂ। ਕਿ ਮੈਂ ਸਰੀਰ ਹਾਂ? ਨਹੀਂ, ਮੈਂ ਸਰੀਰ ਨਹੀਂ ਹਾਂ। ਫਿਰ ਇਹ ਆਪਣੇ ਆਪ ਨੂੰ ਦੇਖਣਾ ਕਰਦਾ ਹੈ, ਕਿਉਂਕਿ ਉਹ ਵਾਹਿਗੁਰੂ ਦਾ ਮੰਡਲ ਹੈ, ਅਕਾਲ ਪੁਰਖ ਦਾ ਮੰਡਲ ਹੈ। ਜਿਹੜੀ ਵੀ ਜੀਵਾਤਮਾ ਉੱਥੇ ਪਹੁੰਚਦੀ ਹੈ ਉਸ ਦੇ ਵਿੱਚ ਅਤੇ ਵਾਹਿਗੁਰੂ ਦੇ ਵਿੱਚ ਭੇਦ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਵਾਹਿਗੁਰੂ ਦੇ ਵਿੱਚ ਹੀ ਆਤਮਾ ਸਮਾਉਣਾ ਸ਼ੁਰੂ ਕਰ ਦਿੰਦੀ ਹੈ। ਜਿਸ ਤਰ੍ਹਾਂ ਆਪਾਂ ਪਾਣੀ ਦੇ ਵਿੱਚ ਜਦੋਂ ਚੀਨੀ ਪਾ ਦਈਏ ਅਤੇ ਉਸ ਨੂੰ ਹਿਲਾਈਏ, ਉਸ ਨੂੰ ਘੋਲੀਏ ਤਾਂ ਗੁਰਮੁਖੋ ਚੀਨੀ ਨਜ਼ਰ ਨਹੀਂ ਆਉਂਦੀ, ਉਸ ਪਾਣੀ ਦੇ ਵਿੱਚ ਹੀ ਮਿਲ ਜਾਂਦੀ ਹੈ। ਜਿਸ ਤਰ੍ਹਾਂ ਆਪਾਂ ਨਮਕ ਦੀ ਡਲੀ ਜਦੋਂ ਪਾਣੀ ਦੇ ਵਿੱਚ ਸਿੱਟ ਦਈਏ, ਉਸ ਨੂੰ ਹਿਲਾਈਏ ਤਾਂ ਨਮਕ ਨਹੀਂ ਨਜ਼ਰ ਆਉਂਦਾ ਗੁਰਮੁਖੋ, ਕੇਵਲ ਜਲ ਹੀ ਰਹਿ ਜਾਂਦਾ। ਇਸ ਤਰ੍ਹਾਂ ਲੱਗਦਾ ਹੈ ਜਲ ਹੀ ਹੈ। ਇਸੇ ਤਰ੍ਹਾਂ ਆਪਣੇ ਅੰਦਰ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹਨ, ਇਹ ਸਾਨੂੰ ਜੀਵ ਹੋਣ ਦਾ ਆਭਾਸ ਕਰਾਉਂਦੇ ਹਨ। ਜਦੋਂ ਅਸੀਂ ਨੇਤਰ ਖੋਲ੍ਹਦੇ ਹਾਂ, ਸੰਸਾਰ ਨੂੰ ਦੇਖਦੇ ਹਾਂ ਤਾਂ ਸਾਨੂੰ ਤ੍ਰੈ ਗੁਣਾਂ ਦਾ ਪਸਾਰਾ ਨਜ਼ਰ ਆਉਂਦਾ ਹੈ ਗੁਰਮੁਖੋ, ਪੰਜ ਤੱਤਾਂ ਦਾ ਪਸਾਰਾ ਨਜ਼ਰ ਆਉਂਦਾ ਹੈ। ਸਾਨੂੰ ਲੱਗਦਾ ਹੈ ਕਿ ਇਹੀ ਸੱਤ ਹੈ। ਨਹੀਂ ਗੁਰਮੁਖੋ, ਜਦੋਂ ਅਸੀਂ ਸੁਰਤ, ਮਤ, ਮਨ ਅਤੇ ਬੁੱਧ ਤੋਂ ਵੀ ਉੱਪਰ ਚਲੇ ਗਏ ਸ਼ਬਦ ਦੀ ਕਮਾਈ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਉੱਥੇ ਕੇਵਲ ਔਰ ਕੇਵਲ ਇੱਕ ਆਤਮਾ ਪਸਰ ਰਿਹਾ ਹੈ, ਹੋਰ ਕੁਝ ਵੀ ਨਹੀਂ ਹੈ। ਉਹ ਆਤਮੇ ਦੇ ਵਿੱਚ ਮਨ ਟਿਕਦਾ ਹੈ। ਉੱਥੇ ਮਨ ਦੀ ਪੂਰਨ ਮੌਤ ਨਹੀਂ ਹੁੰਦੀ। ਉੱਥੇ ਇਹ ਵਾਹਿਗੁਰੂ ਦੇ ਵਿੱਚ ਸਮਾਉਣਾ ਕਰਦਾ ਹੈ। ਹੌਲੀ ਹੌਲੀ ਸਮਾਉਂਦਾ 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 ਵਾਹਿਗੁਰੂ ਦਾ ਹੀ ਰੂਪ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਅਵਸਥਾ ਦੇ ਵਿੱਚ ਟਿਕ ਕੇ ਜਦੋਂ ਬੈਠਦਾ ਹੈ ਅਤੇ ਦੇਖਦਾ ਹੈ ਕਿ ਮੇਰਾ ਤਾਂ ਕਦੇ ਜਨਮ ਹੀ ਨਹੀਂ ਹੋਇਆ ਅਤੇ ਨਾ ਮੈਂ ਕਦੇ ਮਰਨਾ ਹੈ, ਨਾ ਮੈਨੂੰ ਕੋਈ ਚੀਜ਼ ਕੱਟ ਸਕਦੀ ਹੈ, ਨਾ ਵੱਢ ਸਕਦੀ ਹੈ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਹੈ, ਗੁਰ ਕਾ ਬਚਨ ਬਸੈ ਜੀਅ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੀਵੈ, ਭਾਹਿ ਨਾ ਸਕਹਿ ਜਲ। ਸੋ ਗੁਰੂ ਜੀ ਦੇ ਪਿਆਰਿਓ, ਜਦੋਂ ਸ਼ਬਦ ਦੇ ਦੁਆਰਾ ਆਤਮਾ ਉਸ ਵਾਹਿਗੁਰੂ ਦੇ ਮੰਡਲ ਵਿੱਚ ਪਹੁੰਚਦੀ ਹੈ ਨਾ, ਉੱਥੇ ਕੋਈ ਆਕਾਰ ਨਹੀਂ ਹੈ, ਉੱਥੇ ਕੋਈ ਸੰਸਾਰ ਨਹੀਂ ਹੈ। ਉੱਥੇ ਕੇਵਲ ਔਰ ਕੇਵਲ ਅੱਲਾ, ਵਾਹਿਗੁਰੂ, ਗੋਡ, ਰਾਮ ਇੱਕ ਆਪ ਹੀ ਹੈ। ਹੋਰ ਉੱਥੇ ਕੁਝ ਵੀ ਨਹੀਂ ਹੈ। ਉੱਥੇ ਜੀਵ ਅਵਸਥਾ ਵੀ ਨਹੀਂ ਹੈ। ਉੱਥੇ ਵਾਹਿਗੁਰੂ ਦੇ ਪਿਆਰੇ ਹਨ, ਵਾਹਿਗੁਰੂ ਦੀਆਂ ਪਿਆਰੀਆਂ ਰੂਹਾਂ ਹਨ, ਜਿਨ੍ਹਾਂ ਦੇ ਅੰਦਰ ਨਫ਼ਰਤ ਅਤੇ ਮਾੜੇ ਜੋ ਔਗੁਣ ਹਨ ਉਹ ਨਹੀਂ ਹਨ। ਉਹ ਕੇਵਲ ਔਰ ਕੇਵਲ ਪ੍ਰੇਮ ਦੇ ਵਿੱਚ ਭੇਜੀਆਂ ਪਈਆਂ ਹਨ ਗੁਰਮੁਖੋ। ਵਾਹਿਗੁਰੂ ਆਪ ਵੀ ਪ੍ਰੇਮ ਸਰੂਪ ਹੈ ਗੁਰਮੁਖੋ। ਵਾਹਿਗੁਰੂ ਦਾ ਜੋ ਅਸਲ ਸਰੂਪ ਹੈ ਉਹ ਪ੍ਰੇਮ ਹੈ, ਉਹ ਦਇਆ ਹੈ। ਜਦੋਂ ਕੋਈ ਵੀ ਆਤਮਾ ਉਸ ਦੀ ਕਿਰਪਾ ਦੇ ਨਾਲ ਉਸ ਦੇ ਚਰਨਾਂ ਤੱਕ ਪਹੁੰਚਦੀ ਹੈ, ਉਸ ਨੂੰ ਕੇਵਲ ਔਰ ਕੇਵਲ ਇੱਕੋ ਹੀ ਗੱਲ ਦਾ ਗਿਆਨ ਹੁੰਦਾ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਦਇਆ ਸਰੂਪ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਪ੍ਰੇਮ ਸਰੂਪ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਕਿਰਪਾ ਸਰੂਪ ਹੈ। ਤੇਰੀ ਕਿਰਪਾ ਦੇ ਨਾਲ ਹੀ ਸੰਸਾਰ ਚੱਲ ਰਿਹਾ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਆਪਣੇ ਪ੍ਰੇਮ ਦੇ ਨਾਲ ਇਸ ਸ੍ਰਿਸ਼ਟੀ ਨੂੰ ਰਚਨਾ ਕੀਤਾ ਹੈ। ਤੂੰ ਆਪਣੇ ਪ੍ਰੇਮ ਦੇ ਨਾਲ ਜੀਵ ਜੰਤੂ ਰਚਨਾ ਕੀਤੇ ਹਨ। ਹੇ ਅਕਾਲ ਪੁਰਖ ਵਾਹਿਗੁਰੂ, ਸਾਰੇ ਜੀਵਾਂ ਦੇ ਅੰਦਰ ਤੇਰੀ ਜੋਤ ਪਸਰ ਰਹੀ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਇਹਨਾਂ ਪਹਾੜਾਂ ਨੂੰ ਅਤੇ ਇਹ ਬਨਸਪਤੀ ਨੂੰ, ਇਹ ਜਲ ਨੂੰ, ਹਵਾ ਨੂੰ ਪੈਦਾ ਕਰਨ ਵਾਲਾ ਤੂੰ ਆਪ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਇਹ ਜਿਤਨੀਆਂ ਵੀ ਆਵਾਜ਼ਾਂ ਸੰਸਾਰ ਦੇ ਉੱਤੇ ਹੋ ਰਹੀਆਂ ਹਨ, ਇਹ ਤੇਰੇ ਵਿੱਚੋਂ ਆ ਰਹੀਆਂ ਹਨ। ਇਹ ਆਵਾਜ਼ ਦਾ ਸਰੋਤ ਤੂੰ ਆਪ ਹੈ ਵਾਹਿਗੁਰੂ। ਹੇ ਵਾਹਿਗੁਰੂ, ਜਿਤਨੀਆਂ ਵੀ ਸੁਗੰਧੀਆਂ ਹਨ, ਹੇ ਵਾਹਿਗੁਰੂ, ਜਿਤਨਾ ਵੀ ਆਨੰਦ ਹੈ, ਇਹ ਸਾਰੇ ਆਨੰਦ ਦਾ ਕਾਰਨ ਤੂੰ ਆਪ ਹੈ ਅਕਾਲ ਪੁਰਖ ਵਾਹਿਗੁਰੂ। ਕਿਉਂਕਿ ਆਨੰਦ ਦਾ ਦਾਤਾ ਵਾਹਿਗੁਰੂ ਹੈ। ਅਤੇ ਇਹ ਸੰਸਾਰ ਦੇ ਉੱਤੇ ਜਿਤਨੀਆਂ ਵੀ ਖੇਡਾਂ ਹੋ ਰਹੀਆਂ ਹਨ ਗੁਰਮੁਖੋ, ਉਹਨਾਂ ਸਾਰੀਆਂ ਖੇਡਾਂ ਨੂੰ ਕਰਨ ਵਾਲਾ ਕੇਵਲ ਔਰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਪਰ ਅਕਾਲ ਪੁਰਖ ਵਾਹਿਗੁਰੂ ਨੂੰ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਹੈ ਗੁਰੂ ਪਿਆਰਿਓ? ਅਕਾਲ ਪੁਰਖ ਵਾਹਿਗੁਰੂ ਨੇ ਇਨਸਾਨ ਨੂੰ ਆਪਣੇ ਤੱਕ ਮਿਲਾਉਣ ਦੇ ਲਈ ਗੁਰੂ ਦਾ ਰਸਤਾ ਬਣਾਇਆ ਹੈ ਗੁਰਮੁਖੋ। ਕੋਈ ਵੀ ਸਿੱਧਾ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਮਿਲ ਸਕਦਾ ਗੁਰਮੁਖੋ। ਸੋ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਨਾਮ ਦੀ ਦਾਤ ਲੈ ਕੇ ਨਾਮ ਦੀ ਕਮਾਈ ਕਰਨੀ ਪਏਗੀ ਗੁਰਮੁਖੋ। ਨਾਮ ਦੀ ਕਮਾਈ ਕਰਕੇ ਆਪਣੇ ਅੰਦਰ ਦੀ ਮੈਲ ਨੂੰ ਭਰੇ ਕਰਨਾ ਪਏਗਾ ਗੁਰਮੁਖੋ। ਉਹ ਮੈਲ ਕਿਹੜੀ ਹੈ? ਉਹ ਮੈਲ ਇਹੀ ਹੈ ਗੁਰਮੁਖੋ ਕਿ ਮੈਂ ਜੀਵ ਹਾਂ, ਮੈਂ ਸਰੀਰ ਹਾਂ, ਮੇਰਾ ਜਨਮ ਹੋਇਆ ਹੈ। ਨਹੀਂ ਗੁਰਮੁਖੋ, ਜਿਸ ਤਰ੍ਹਾਂ ਹੀ ਇਹ ਭਜਨ ਕਰਦਾ ਜਾਏਗਾ, ਇਹ ਸਿਮਰਨ ਕਰਦਾ ਜਾਏਗਾ, ਇਸ ਨੂੰ ਇਹ ਗਿਆਨ ਹੁੰਦਾ ਜਾਏਗਾ ਕਿ ਮੈਂ ਸਰੀਰ ਨਹੀਂ ਹਾਂ, ਮੈਂ ਵਾਹਿਗੁਰੂ ਦਾ ਹੀ ਅੰਸ਼ ਹਾਂ। ਕਹੋ ਕਬੀਰ, ਇਹ ਰਾਮ ਕੀ ਅੰਸ਼,
ਇਸ ਅਵਸਥਾ ਦੇ ਵਿੱਚ ਕੀ ਹੋਏਗਾ ਗੁਰਮੁਖੋ, ਜਿਵੇਂ ਜਿਵੇਂ ਨਾਮ ਜਪੇਗਾ, ਜਿਵੇਂ ਜਿਵੇਂ ਵਾਹਿਗੁਰੂ ਦਾ ਸਿਮਰਨ ਕਰੇਗਾ, ਸੰਸਾਰ ਦੇ ਸਾਰੇ ਦੁੱਖ ਇਸ ਤੋਂ ਦੂਰ ਜਾਣਾ ਸ਼ੁਰੂ ਕਰ ਦੇਣਗੇ। ਕਿਉਂਕਿ ਵਾਹਿਗੁਰੂ ਦੇ ਨਾਮ ਦਾ ਭਜਨ ਦਾ ਪ੍ਰਤਾਪ ਇਤਨਾ ਹੈ ਗੁਰਮੁਖੋ, ਦੁੱਖ ਉਸ ਨੂੰ ਸਹਿਨ ਨਹੀਂ ਕਰ ਸਕਦੇ, ਕਰਮ ਉੱਥੇ ਜਲ ਜਾਂਦੇ ਹਨ। ਗੁਰ ਕਾ ਸ਼ਬਦ ਘੱਟ ਹੈ ਕੋਟ ਕਰਮ, ਗੁਰੂ ਦਾ ਸ਼ਬਦ ਕਰੋੜਾਂ ਹੀ ਕਰਮਾਂ ਨੂੰ ਕੱਟ ਦਿੰਦਾ ਹੈ ਗੁਰਮੁਖੋ। ਅਤੇ ਜਿਸ ਤਰ੍ਹਾਂ ਹੀ ਕਰਮਾਂ ਦਾ ਭਾਰ ਹੌਲਾ ਹੁੰਦਾ ਹੈ, ਸਾਡੇ ਸੂਖਮ ਸਰੀਰ ਦਾ ਭਾਰ ਵੀ ਹੌਲਾ ਹੋ ਜਾਂਦਾ ਹੈ। ਅਸੀਂ ਜਦੋਂ ਸੂਖਮ ਸਰੀਰ ਦਾ ਭਾਰ ਹੌਲਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜੀਵ ਦੀ ਆਤਮਾ ਹੌਲੀ ਹੋਣੀ ਸ਼ੁਰੂ ਹੋ ਜਾਂਦੀ ਹੈ, ਇਸ ਦੀ ਬਿਰਤੀ ਦੇ ਵਿੱਚ ਹਲਕਾਪਨ ਆ ਜਾਂਦਾ ਹੈ, ਇਸ ਨੂੰ ਆਨੰਦ ਦੇ ਵਿੱਚ ਰਹਿਣ ਦਾ ਅਨੁਭਵ ਹੋਣ ਲੱਗ ਜਾਂਦਾ ਹੈ ਗੁਰਮੁਖੋ। ਹੌਲੀ ਹੌਲੀ ਇਹਨਾਂ ਅਵਸਥਾਵਾਂ ਦੇ ਵਿੱਚੋਂ ਲੰਘਦਾ ਹੋਇਆ ਸਹਿਜ ਦੇ ਵਿੱਚ ਚਲਿਆ ਜਾਂਦਾ ਹੈ ਗੁਰਮੁਖੋ। ਜਿਹੜੇ ਗੁਰਮੁਖ ਸਿਮਰਨ ਕਰਦੇ ਹਨ ਪਰ ਜੀਵਨ ਦੇ ਵਿੱਚ ਕੋਈ ਦੁੱਖ ਤਕਲੀਫਾਂ ਹਲੇ ਖੜੀਆਂ ਹਨ, ਸਿਮਰਨ ਨਾ ਛੱਡਿਓ, ਭਜਨ ਬੰਦਗੀ ਨਾ ਛੱਡਿਓ, ਸਿਮਰਨ ਪ੍ਰੇਮ ਦੇ ਨਾਲ ਕਰਨਾ ਹੈ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਿਮਰਨ ਕਰਨਾ ਹੈ। ਸਤਿਗੁਰੂ ਤੋਂ ਨਿਤ ਆਪਾਂ ਆਪਣੀਆਂ ਭੁੱਲਾਂ ਬਖਸ਼ਾਉਣੀਆਂ ਹਨ, ਸੌਣ ਵੇਲੇ ਖਿਮਾ ਮੰਗਣੀ ਹੈ। ਇਹ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਕਿਰਪਾ ਦੇ ਨਾਲ ਅੱਜ ਸੰਸਾਰ ਦੇ ਵਿੱਚ ਵਿਚਰਦੇ ਹੋਏ, ਅੱਜ ਦਿਨ ਦੇ ਵਿੱਚ ਵਿਚਰਦੇ ਹੋਏ ਜਿੰਨੀਆਂ ਵੀ ਭੁੱਲਾਂ ਹੋਈਆਂ ਹਨ ਉਹ ਖਿਮਾ ਕਰ ਦਿਓ, ਅੱਗੇ ਵਾਸਤੇ ਮਾਰਗ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀਓ। ਸੋ ਇਸ ਤਰ੍ਹਾਂ ਰਾਤ ਨੂੰ ਬੇਨਤੀ ਕਰਕੇ ਪੈਣਾ ਹੈ, ਉਸ ਦਿਨ ਦੀਆਂ ਸਾਰੀਆਂ ਭੁੱਲਾਂ ਬਖਸ਼ੀਆਂ ਜਾਣਗੀਆਂ ਜੇ ਆਪਾਂ ਜਾਣ ਕੇ ਨਹੀਂ ਕੀਤੀਆਂ ਤਾਂ। ਸੋ ਸਤਿਗੁਰੂ ਜੀ ਦੇ ਪਿਆਰੇ, ਉਹ ਨਾਮ ਦਾ ਮਾਰਗ ਹੈ, ਸਿਮਰਨ ਦਾ ਮਾਰਗ ਹੈ। ਸਿਮਰਨ ਦੇ ਵਿੱਚ ਸਹਿਜ ਦੀ ਲੋੜ ਹੈ ਗੁਰਮੁਖੋ, ਇਸ ਦੇ ਵਿੱਚ ਸਮਾਂ ਲੱਗਦਾ ਹੈ। ਸਮਾਂ ਤਾਂ ਲੱਗਦਾ ਹੈ ਗੁਰਮੁਖੋ ਕਿਉਂਕਿ ਸਾਡੇ ਅੰਦਰ ਜਨਮਾਂ ਜਨਮਾਂਤਰਾਂ ਦੀ ਮੈਲ ਪਈ ਹੈ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹੋ। ਜਿਸ ਤਰ੍ਹਾਂ ਆਪਾਂ ਤਵਾ ਮਾਂਜਦੇ ਹਾਂ, ਜਿਸ ਦੇ ਉੱਪਰ ਆਪਾਂ ਪ੍ਰਸ਼ਾਦੇ ਬਣਾਉਂਦੇ ਹਾਂ ਗੁਰਮੁਖੋ, ਤਾਂ ਕਈ ਵਾਰੀ ਉਹ ਇੱਕ ਵਾਰ ਦੇ ਵਿੱਚ ਸਾਫ਼ ਨਹੀਂ ਹੁੰਦਾ, ਉਸ ਨੂੰ ਬਾਰ-ਬਾਰ ਜਦੋਂ ਆਪਾਂ ਰਗੜਦੇ ਹਾਂ ਉਸ ਦਾ ਕਾਲਾਪਨ ਜਾਂਦਾ ਹੈ। ਭਾਂਡਾ ਜਦੋਂ ਗੰਦਾ ਹੋ ਜਾਂਦਾ ਹੈ ਗੁਰਮੁਖੋ, ਤਾਂ ਉਸ ਨੂੰ ਆਪਾਂ ਸਾਬਣ ਦੇ ਨਾਲ, ਰੇਤੇ ਦੇ ਨਾਲ ਜਾਂ ਹੋਰ ਵਸਤਾਂ ਦੇ ਨਾਲ ਮਾਂਜਣਾ ਉਹਨੂੰ ਸ਼ੁਰੂ ਕਰਦੇ ਹਾਂ ਗੁਰਮੁਖੋ, ਤਾਂ ਸਹਿਜੇ ਸਹਿਜੇ ਉਹ ਆਪਣੀ ਚਮਕ ਦੇ ਵਿੱਚ ਵਾਪਸ ਆ ਜਾਂਦਾ ਹੈ। ਇਸੇ ਤਰ੍ਹਾਂ ਜੀਵ ਆਤਮਾ ਨੂੰ ਜਦੋਂ ਨਾਮ ਦੇ ਨਾਲ ਮਾਂਜਿਆ ਜਾਂਦਾ ਹੈ ਗੁਰਮੁਖੋ, ਜਦੋਂ ਇਹ ਵਾਹਿਗੁਰੂ 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 ਜਪਦਾ ਹੈ ਗੁਰਮੁਖੋ, ਇਸ ਨੂੰ ਆਪਣਾ ਆਪਾ ਭੁੱਲ ਜਾਂਦਾ ਹੈ ਗੁਰਮੁਖੋ। ਇਹਦਾ ਆਪਣਾ ਆਪਾ ਹੋਰ ਪੈਦਾ ਹੋ ਜਾਂਦਾ, ਉਹ ਆਪਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਪਰ ਇਹ ਮੰਜ਼ਿਲ ਇੰਨੀ ਸੌਖੀ ਨਹੀਂ ਹੈ ਗੁਰਮੁਖੋ, ਇਸ ਮੰਜ਼ਿਲ ਦੇ ਉੱਤੇ ਸਤਿਗੁਰੂ ਜੀ ਦੀ ਅਪਾਰ ਕਿਰਪਾ ਦੀ ਲੋੜ ਹੈ, ਬ੍ਰਹਮ ਗਿਆਨੀ ਮਹਾਂਪੁਰਸ਼ ਦੀ ਲੋੜ ਹੈ, ਗੁਰਮੁਖ ਗੁਰਸਿੱਖ ਸੰਗਤ ਦੀ ਲੋੜ ਹੈ। ਐਸੀ ਸੰਗਤ ਦੀ ਲੋੜ ਹੈ ਜਿੱਥੇ ਬੈਠ ਕੇ ਅਸੀਂ ਨਾਮ ਜਪ ਸਕੀਏ ਗੁਰਮੁਖੋ। ਅਸੀਂ ਜੇ ਸੰਗਤ ਦੇ ਵਿੱਚ ਕੇਵਲ ਔਰ ਕੇਵਲ ਨਾਮ ਦੀ ਸਿਮਰਨ ਦੀ ਹੀ ਗੱਲ ਹੋਵੇ। ਸੰਗਤ ਕਿਸ ਨੂੰ ਆਖਦੇ ਹਨ? ਸੰਗਤ ਉਹ ਨਹੀਂ ਹੈ ਜੋ ਵਿਵਾਦ ਪੈਦਾ ਕਰੇ। ਅੱਜ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਜਦੋਂ ਕਿਤੇ ਵਿਵਾਦ ਪੈਦਾ ਹੁੰਦੇ ਹਨ, ਚਾਰ ਬੰਦੇ ਰਲ ਕੇ ਕੋਈ ਵਿਵਾਦ ਪੈਦਾ ਕਰਦੇ ਹਨ ਅਤੇ ਜੇ ਉਹਨਾਂ ਨੇ ਧਾਰਮਿਕ ਲਿਬਾਸ ਪਾਇਆ ਹੋਇਆ ਹੈ ਤਾਂ ਉਸ ਨੂੰ ਸੰਗਤ ਦਾ ਨਾਮ ਦੇ ਦਿੱਤਾ ਜਾਂਦਾ ਹੈ। ਨਹੀਂ ਗੁਰਮੁਖੋ, ਸੰਗਤ ਕੀ ਹੈ? ਮਹਾਰਾਜ ਜੀ ਨੂੰ ਪੁੱਛੀਏ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਸੰਗਤ ਕੀ ਹੈ? ਮਹਾਰਾਜ ਕਹਿੰਦੇ ਸਤ ਸੰਗਤ ਐਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇੱਕੋ ਨਾਮ ਜਪਣ ਦਾ ਹੀ ਹੁਕਮ ਹੈ, ਨਾਮ ਜਪਣ ਦੇ ਨਾਲ ਹੀ ਸਤਸੰਗਤ ਬਣਦੀ ਹੈ ਗੁਰਮੁਖੋ। ਹੋਰ ਸਤਸੰਗਤ ਨਹੀਂ ਕਿਹਾ ਜਾ ਸਕਦਾ। ਚਾਹੇ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ 'ਚ ਬੈਠੇ ਹਾਂ, ਪਰ ਜੇ ਆਪਾਂ ਉੱਥੇ ਗੱਲਾਂ ਕਰ ਰਹੇ ਹਾਂ ਉਹ ਸਤਸੰਗਤ ਨਹੀਂ ਮੰਨੀ ਜਾਏਗੀ। ਜੇ ਉੱਥੇ ਨਾਮ ਤੋਂ ਇਲਾਵਾ ਕੋਈ ਵੀ ਹੋਰ ਤਰ੍ਹਾਂ ਦੀ ਵਿਚਾਰ ਹੋ ਰਹੀ ਹੈ ਗੁਰਮੁਖੋ, ਉਹ ਸਤਸੰਗਤ ਨਹੀਂ ਮੰਨੀ ਜਾਏਗੀ। ਉੱਥੇ ਕੇਵਲ ਔਰ ਕੇਵਲ ਗੁਰਬਾਣੀ, ਨਾਮ, ਸਿਮਰਨ, ਕੀਰਤਨ ਦਾ ਹੀ ਪ੍ਰਵਾਹ ਚੱਲਣਾ ਚਾਹੀਦਾ ਹੈ ਗੁਰਮੁਖੋ। ਜੇ ਇਸ ਤੋਂ ਇਲਾਵਾ ਕੋਈ ਹੋਰ ਪ੍ਰਵਾਹ ਚੱਲਦਾ ਹੈ ਤਾਂ ਉੱਥੇ ਅਸੀਂ ਸਤਿਗੁਰੂ ਜੀ ਦੇ ਦੇਣਦਾਰ ਹੋ ਜਾਂਦੇ ਹਾਂ ਗੁਰਮੁਖੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨਿਰਵੈਰ ਹਨ। ਸਤਿਗੁਰੂ ਜੀ ਕਿਸੇ ਨੂੰ ਮਹਾਰਾਜ ਜੀ ਸਜ਼ਾ ਨਹੀਂ ਦਿੰਦੇ, ਪਰ ਅਸੀਂ ਆਪਣੇ ਕਰਮਾਂ ਕਰਕੇ ਸਜ਼ਾ ਪਾਉਂਦੇ ਹਾਂ। ਪਰ ਫਿਰ ਵੀ ਗੁਰਮੁਖੋ, ਜੇ ਸਾਡੇ ਤੋਂ ਕਿਸੇ ਮਾੜੇ ਕਰਮਾਂ ਕਰਕੇ ਗਲਤੀਆਂ ਹੋ ਗਈਆਂ ਹਨ, ਅਸੀਂ ਸੰਸਾਰ ਦੇ ਵਿੱਚ ਦੁੱਖ ਭੋਗ ਰਹੇ ਹਾਂ, ਸੰਤਾਪ ਭੋਗ ਰਹੇ ਹਾਂ, ਸੱਚ ਜਾਣਿਓ ਗੁਰੂ ਕੇ ਪਿਆਰਿਓ, ਅੱਜ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੇਨਤੀ ਕਰੋ, ਸਤਿਗੁਰੂ ਜੀਓ ਕਿਰਪਾ ਕਰੋ ਮਹਾਰਾਜ ਜੀ, ਬਹੁਤ ਗਲਤੀਆਂ ਹੋ ਗਈਆਂ ਹਨ, ਅਣਜਾਣੇ 'ਚ ਹੋ ਗਈਆਂ ਮਹਾਰਾਜ, ਅਣਜਾਣੇ 'ਚ ਹੋ ਗਈਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦਾ ਬਿਰਧ ਹੈ, ਆਪ ਜੀ ਸਦਾ ਹੀ ਬਖਸ਼ਦੇ ਆਏ ਹੋ ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਬਖਸ਼ ਲਓ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ। ਸੱਚ ਜਾਣਿਓ ਗੁਰਮੁਖੋ, ਹਿਰਦੇ 'ਚੋਂ ਕੀਤੀ ਹੋਈ ਬੇਨਤੀ ਉਸੇ ਵੇਲੇ ਪ੍ਰਵਾਨ ਹੋ ਜਾਂਦੀ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ। ਸਤਿਗੁਰੂ ਤਾਂ ਸਾਡਾ ਸਾਰਿਆਂ ਦਾ ਭਲਾ ਹੀ ਮਨਾ ਰਹੇ ਹਨ। ਜਦੋਂ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਕੋਈ ਸਿੱਖ ਆਉਂਦਾ ਹੈ ਚੱਲ ਕੇ, ਜਾਂ ਦੂਰੋਂ ਕੋਈ ਬੇਨਤੀ ਕਰਦਾ ਹੈ ਖੜ ਕੇ, ਹੇ ਮਹਾਰਾਜ ਮੇਰੇ ਤੋਂ ਗਲਤੀਆਂ ਹੋ ਗਈਆਂ ਹਨ, ਬਖਸ਼ ਲੈ, ਅੱਗੇ ਮਾਰਗ ਦੇ ਦਿਓ ਸੱਚੇ ਪਾਤਸ਼ਾਹ ਜੀਓ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਉਸੇ ਵੇਲੇ
ਉਸ ਨੂੰ ਅੰਤਰ-ਆਤਮੇ ਕਿਰਪਾ ਕਰਦੇ ਹਨ, ਉਸ ਨੂੰ ਆਤਮ ਬਲ ਬਖਸ਼ਿਸ਼ ਕਰਦੇ ਹਨ, ਉਸ ਨੂੰ ਆਪਣਾ ਪ੍ਰਕਾਸ਼ ਬਖਸ਼ਿਸ਼ ਕਰਦੇ ਹਨ ਗੁਰਮੁਖੋ, ਅਤੇ ਉਸ ਦੇ ਲਈ ਕਈ ਰਸਤੇ ਖੋਲ੍ਹਦੇ ਹਨ ਮਹਾਰਾਜ ਸੱਚੇ ਪਾਤਸ਼ਾਹ। ਪਰ ਅਸੀਂ ਉਹਨਾਂ ਰਸਤਿਆਂ ਨੂੰ ਸਮਝਣਾ ਹੁੰਦਾ ਹੈ ਗੁਰਮੁਖੋ। ਉਹ ਰਸਤੇ ਕਿਹੜੇ ਹਨ? ਸਭ ਤੋਂ ਪਹਿਲਾ ਰਸਤਾ ਹੁੰਦਾ ਹੈ ਸਿਮਰਨ ਦਾ, ਦੂਸਰਾ ਰਸਤਾ ਹੁੰਦਾ ਹੈ ਸਤਸੰਗਤ ਦਾ, ਅਤੇ ਰਸਤਾ ਹੁੰਦਾ ਹੈ ਸੇਵਾ ਦਾ ਗੁਰਮੁਖੋ। ਆਪਾਂ ਆਖਦੇ ਹਨ ਸਿਮਰਨ ਕਰਦਿਆਂ ਨੂੰ ਬੜਾ ਸਮਾਂ ਹੋ ਗਿਆ, ਸੇਵਾ ਕਰਦਿਆਂ ਨੂੰ ਬੜਾ ਸਮਾਂ ਹੋ ਗਿਆ, ਸਤਸੰਗਤ ਕਰਦਿਆਂ ਨੂੰ ਬੜਾ ਸਮਾਂ ਹੋ ਗਿਆ, ਪਰ ਜੀਵਨ ਨਹੀਂ ਬਦਲਿਆ। ਜੀਵਨ ਗੁਰਮੁਖੋ ਬਦਲਦਾ ਹੈ। ਅਸੀਂ ਵਿਸ਼ਵਾਸ ਕਰਨਾ ਹੈ ਜਿਸ ਵੇਲੇ ਅਸੀਂ ਸਤਿਗੁਰੂ ਜੀ ਦੀ ਕਿਰਪਾ ਨਾਲ ਸੇਵਾ ਸਿਮਰਨ ਦਾ ਆਪਾਂ ਪ੍ਰਵਾਹ ਚਲਾ ਲਿਆ ਆਪਣੇ ਜੀਵਨ ਦੇ ਵਿੱਚ, ਉਸੇ ਵੇਲੇ ਵਿਸ਼ਵਾਸ ਕਰਨਾ ਹੈ ਕਿ ਅੱਜ ਤੋਂ ਹੀ ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਅਤੇ ਮੇਰਾ ਜੀਵਨ ਬਦਲਣਾ ਸ਼ੁਰੂ ਹੋ ਗਿਆ ਹੈ। ਗੁਰਮੁਖੋ, ਜੇ ਆਪਾਂ ਇਹ ਰਸਤਾ ਨਾ ਛੱਡਾਂਗੇ, ਤੁਰਦੇ ਤੁਰਦੇ ਚਲਦੇ ਚਲਦੇ ਐਸਾ ਰੰਗ ਲੱਗ ਜਾਏਗਾ ਕਿ ਉਹ ਰੰਗ ਫਿਰ ਜਾਏਗਾ ਨਹੀਂ ਗੁਰਮੁਖੋ। ਲਾਲ ਰੰਗ ਤਿਸਕੋ ਲਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਾ ਲਾਗੈ ਦਾਗਾ ਗੁਰਮੁਖੋ। ਜਦੋਂ ਇਹ ਲਾਲ ਰੰਗ ਕਿਉਂ ਆਖਿਆ ਹੈ ਗੁਰਮੁਖੋ? ਕਿਉਂਕਿ ਇਹ ਭਗਤੀ ਦਾ ਰੰਗ ਹੈ। ਇਹ ਭਗਤੀ ਦਾ ਰੰਗ ਜਦੋਂ ਇੱਕ ਵਾਰੀ ਲੱਗ ਗਿਆ, ਫਿਰ ਭਗਤੀ ਦਾ ਰੰਗ ਨਹੀਂ ਛੁੱਟਦਾ, ਫਿਰ ਜਨਮਾਂ ਜਨਮਾਂਤਰਾਂ ਤੱਕ ਇਹ ਚੀਜ਼ ਚੱਲਦੀ ਹੈ। ਫਿਰ ਬੰਦਾ ਕਹਿੰਦਾ ਹੈ ਕਿ ਹੇ ਵਾਹਿਗੁਰੂ ਅਕਾਲ ਪੁਰਖ, ਮੈਨੂੰ ਆਪਣੀ ਬੰਦਗੀ ਕਰਾਈ ਚੱਲ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਅਕਾਲ ਪੁਰਖ ਇਸ ਨੂੰ ਆਖਦੇ ਹਨ, ਮੈਂ ਤੈਨੂੰ ਰਾਜਾ ਬਣਾ ਦਿੰਦਾ ਹਾਂ, ਮੈਂ ਤੈਨੂੰ ਸ਼ਹਿਨਸ਼ਾਹ ਬਣਾ ਦਿੰਦਾ ਹਾਂ, ਮੈਂ ਤੈਨੂੰ ਇਸ ਕੁੱਲ ਬ੍ਰਹਮੰਡ ਦਾ ਰਾਜਾ ਬਣਾ ਕੇ ਥਾਪ ਦਿੰਦਾ ਹਾਂ, ਤੂੰ ਸੁਖਮ ਮੰਡਲ ਵਿੱਚ ਬੈਠ ਕੇ ਇਸ ਬ੍ਰਹਮੰਡ ਨੂੰ ਚਲਾ। ਤਾਂ ਸੇਵਾ ਆਖਦਾ, ਨਾ ਪ੍ਰਭੂ, ਮੈਂ ਆਪ ਜੀ ਦੇ ਚਰਨਾਂ ਦਾ ਭਜਨ ਹੀ ਕਰਨਾ ਹੈ ਅਤੇ ਹੋਰ ਜੋ ਆਪ ਜੀ ਦਾ ਹੁਕਮ ਹੈ ਸੇਵਾ ਕਰਨ ਦਾ ਉਹ ਕਰਾਂਗਾ, ਪਰ ਮੈਨੂੰ ਕੋਈ ਰਾਜ ਨਹੀਂ ਚਾਹੀਦਾ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਤੇ ਵਾਹਿਗੁਰੂ ਦਾ ਪਿਆਰਾ ਕੇਵਲ ਔਰ ਕੇਵਲ ਵਾਹਿਗੁਰੂ ਦੇ ਚਰਨ ਮੰਗਦਾ ਹੈ, ਗੁਰੂ ਦੇ ਚਰਨ ਮੰਗਦਾ ਹੈ। ਕਿਉਂਕਿ ਸਤਿਗੁਰੂ ਜੀ ਦੇ ਪਿਆਰਿਓ, ਜੇ ਤੁਸੀਂ ਦੇਖੋ ਵੀ ਸੰਸਾਰ ਦੇ ਉੱਤੇ ਥਿਰ ਰਹਿਣ ਵਾਲੀ ਕੋਈ ਵਸਤੂ ਹੈ, ਕੋਈ ਵਸਤੂ ਨਹੀਂ ਹੈ ਗੁਰਮੁਖੋ। ਜਿੱਥੇ ਮਰਜ਼ੀ ਚਲੇ ਜਾਓ, ਜਿੰਨੀ ਮਰਜ਼ੀ ਮਾਇਆ ਇਕੱਠੀ ਕਰਕੇ ਤੁਸੀਂ ਜਿਤਨਾ ਮਰਜ਼ੀ ਵੱਡਾ ਜੋ ਆਪਣਾ ਰਹਿਣ ਸਹਿਣ ਦਾ ਕਾਰੋਬਾਰ ਦਾ ਸਿਸਟਮ ਬਣਾ ਲਓ ਗੁਰਮੁਖੋ, ਪਰ ਨਹੀਂ, ਉਹਨੂੰ ਤੁਸੀਂ ਮੰਨ ਸਕਦੇ ਹੋ ਉਹਨਾਂ ਚਿਰ ਹੀ ਜਿੰਨਾ ਚਿਰ ਤੁਹਾਡੇ ਕੋਲੇ ਸਰੀਰ ਹੈ। ਜਦੋਂ ਸਰੀਰ ਚਲਿਆ ਜਾਏਗਾ ਸਾਰੀ ਖੇਡ ਖਤਮ ਹੋ ਜਾਏਗੀ ਗੁਰਮੁਖੋ। ਪਰ ਜਿਹੜੇ ਗੁਰਮੁਖ ਹੁੰਦੇ ਹਨ, ਜਿਹੜੇ ਗੁਰਸਿੱਖ ਹੁੰਦੇ ਹਨ, ਜਿਹੜੇ ਗਿਆਨਵਾਨ ਹੁੰਦੇ ਹਨ, ਉਹ ਇਸ ਤਰ੍ਹਾਂ ਨਹੀਂ ਕਰਦੇ। ਉਹ ਬਣਾਉਂਦੇ ਹਨ ਸਾਰਾ ਕੁਝ, ਉਹ ਕਰਦੇ ਹਨ, ਸੰਸਾਰੀ ਕਾਰੋਬਾਰ ਵੀ ਕਰਦੇ ਹਨ ਗੁਰਮੁਖੋ, ਪਰ ਉਹਨਾਂ ਦੀ ਸੁਰਤ ਅੰਤਰਾਤਮੇ ਵਾਹਿਗੁਰੂ ਜੀ ਦੇ ਨਾਲ ਜਾ ਕੇ ਮਿਲ ਜਾਂਦੀ ਹੈ ਅਤੇ ਉਹ ਸਰੀਰ ਨੂੰ ਇਸ ਤਰ੍ਹਾਂ ਛੱਡਦੇ ਹਨ ਜਿਸ ਤਰ੍ਹਾਂ ਆਪਾਂ ਕੱਪੜੇ ਉਤਾਰਦੇ ਹਾਂ। ਤੁਸੀਂ ਦੇਖਿਆ ਹੋਵੇਗਾ ਬੜੇ ਹੀ ਗੁਰਮੁਖਾਂ ਗੁਰਸਿੱਖਾਂ ਨੇ ਇਸ ਤਰ੍ਹਾਂ ਸਰੀਰ ਛੱਡਿਆ ਹੈ। ਸਿੱਖੀ ਦੇ ਵਿੱਚ ਬਹੁਤ ਉਦਾਹਰਨਾਂ ਐਸੀਆਂ ਹਨ, ਸ਼ਹੀਦ ਰੂਹਾਂ ਜਿਨ੍ਹਾਂ ਨੇ ਸਰੀਰ ਛੱਡੇ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਲਾ ਵਰਤਾਈ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਜਾ ਕੇ ਬਿਰਾਜਮਾਨ ਹੁੰਦੇ ਹਨ ਅਤੇ ਆਖਦੇ ਹਨ, ਲਓ ਮੇਰਾ ਸੀਸ ਕੱਟੋ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਿਰਵੈਰਤਾ ਅਤੇ ਨਿਰਭੈਤਾ ਦੀ ਨਿਸ਼ਾਨੀ ਹੈ। ਉਹ ਕਿਸ ਤਰ੍ਹਾਂ ਹੈ ਗੁਰਮੁਖੋ? ਕਿਉਂਕਿ ਸਤਿਗੁਰੂ ਜੋਤ ਸਰੂਪ ਹੈ। ਸਤਿਗੁਰੂ ਸਾਨੂੰ ਇਹ ਦਰਸਾਉਂਦੇ ਹਨ ਗੁਰਮੁਖੋ ਕਿ ਨਾਮ ਜਪੋ, ਸਿਮਰਨ ਕਰੋ, ਫਿਰ ਤੁਹਾਨੂੰ ਇਸ ਅਵਸਥਾ ਦੀ ਪ੍ਰਾਪਤੀ ਹੋਏਗੀ। ਸਤਿਗੁਰੂ ਮਹਾਰਾਜ ਜੀ ਦੇ ਨਾਲ ਜਿੰਨੇ ਵੀ ਸਿੱਖ ਸ਼ਹੀਦ ਹੋਏ ਹਨ ਗੁਰਮੁਖੋ, ਤੇ ਉਹਨਾਂ ਨੂੰ ਤੁਸੀਂ ਦੇਖੋ, ਭਾਈ ਮਤੀ ਦਾਸ, ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਨੇ ਮੂੰਹ ਚੋਂ ਸੀ ਨਹੀਂ ਕੱਢੀ ਗੁਰਮੁਖੋ। ਇਹ ਨਾਮ ਦਾ ਪ੍ਰਤਾਪ ਹੈ। ਸ੍ਰੀ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਜੀ, ਜਿਨ੍ਹਾਂ ਨੇ ਖੰਡਾ ਫੜ ਕੇ ਜੰਗ ਕੀਤਾ ਹੈ ਗੁਰਮੁਖੋ, ਸੀਸ ਅਲੱਗ ਹੋ ਗਿਆ ਹੈ, ਪਰ ਜੋ ਸੀਸ ਹੱਥ ਦੇ ਉੱਪਰ ਚੱਕ ਕੇ ਮਹਾਰਾਜ ਨੂੰ ਭੇਟ ਕਰਨ ਵਾਸਤੇ ਸ੍ਰੀ ਰਾਮਦਾਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮਾਰੇ ਸਥਾਨ ਤੇ ਜਾ ਕੇ ਕਿਸ ਤਰ੍ਹਾਂ, ਜਿਸ ਤਰ੍ਹਾਂ ਆਪਾਂ ਫੁੱਲ ਭੇਟ ਕਰਦੇ ਹਾਂ ਗੁਰਮੁਖੋ, ਇਸ ਤਰ੍ਹਾਂ ਆਪਣਾ ਸੀਸ ਭੇਟਾ ਕੀਤਾ ਉੱਥੇ ਜਾ ਕੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੀ ਕਿਰਪਾ ਦੇ ਨਾਲ ਇਹ ਸੀਸ ਇੱਥੇ ਤੱਕ ਪਹੁੰਚਿਆ ਹੈ, ਤੁਹਾਡੇ ਬਖਸ਼ੇ ਆਤਮ ਬਲ ਦੇ ਨਾਲ ਆਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ। ਸੋ ਗੁਰਮੁਖੋ, ਇਹ ਸਾਰਾ ਭਗਤੀ ਦਾ ਪ੍ਰਤਾਪ ਹੈ, ਇਹ ਭਜਨ ਬੰਦਗੀ ਦਾ ਪ੍ਰਤਾਪ ਹੈ, ਇਹ ਸਿਮਰਨ ਦਾ ਪ੍ਰਤਾਪ ਹੈ। ਸਿਮਰਨ ਹੀ ਸਾਰਾ ਕੁਝ ਹੈ ਗੁਰੂ ਜੀ ਦੇ ਪਿਆਰਿਓ। ਜਿਹੜੇ ਸਿਮਰਨ ਤੇ ਲੱਗੇ ਹੋਏ ਹਨ, ਜੋਰਾਂ ਸ਼ੋਰਾਂ ਨਾਲ ਇਸ ਨੂੰ ਕਰੋ, ਪ੍ਰੇਮ ਨਾਲ ਲੱਗੇ ਰਹੋ। ਸੰਸਾਰ ਜੋ ਕਰਦਾ ਕਰਨ ਦੋ ਗੁਰਮੁਖੋ। ਤੁਹਾਨੂੰ ਕੋਈ ਟੋਕਾ ਟਕਾਈ ਕਰਦਾ ਸਿਮਰਨ ਦੇ ਵਿੱਚ ਤਾਂ ਪਿੱਛੇ ਨਾ ਹਟੋ, ਸਿਮਰਨ ਦੇ ਨਾਲ ਜੁੜੇ ਰਹੋ। ਸਿਮਰਨ ਹੀ ਜੀਵਨ ਹੈ, ਵਾਹਿਗੁਰੂ ਦਾ ਨਾਮ ਹੀ ਜੀਵਨ ਹੈ। ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਆਪਾਂ ਸਮਾ ਜਾਈਏ ਅਤੇ ਵਾਹਿਗੁਰੂ ਜੀ ਦੇ ਚਰਨਾਂ ਦਾ ਰੂਪ ਹੋ ਜਾਈਏ ਗੁਰਮੁਖੋ। ਇਹੀ ਜੀਵਨ ਹੈ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਵਾਹਿਗੁਰੂ ਦਾ ਨਾਮ ਇੰਨਾ ਅਮੁੱਲਕ ਹੈ। ਇਹ ਤਾਂ ਮਹਾਤਮਾ ਜੀ ਨੂੰ ਪੁੱਛ ਕੇ ਦੇਖੀਏ, ਇਹ ਤਾਂ ਵਾਹਿਗੁਰੂ ਦੇ ਪਿਆਰਿਆਂ ਤੋਂ ਪੁੱਛ ਕੇ ਦੇਖੀਏ। ਜੇ ਉਹਨਾਂ ਨੂੰ ਆਖੋ ਵੀ ਤੁਸੀਂ ਵਾਹਿਗੁਰੂ ਦਾ ਨਾਮ ਨਾ ਜਪੋ, ਤੁਹਾਨੂੰ ਇੰਨੀ ਮਾਇਆ ਦੇ ਦਿਆਂਗੇ, ਉਹ ਕਹਿੰਦੇ ਸਾਨੂੰ ਨਹੀਂ ਮਾਇਆ ਚਾਹੀਦੀ, ਸਾਨੂੰ ਨਹੀਂ ਸੁੱਖ ਚਾਹੀਦੇ, ਸਾਤੋਂ ਵਾਹਿਗੁਰੂ ਦਾ ਨਾਮ ਨਾ ਵਾਪਸ ਲਓ। ਆਖਾਂ ਜੀਵਾ
ਵਿਸਰੈ ਮਰ ਜਾਓ। ਸੋ ਉਹਨਾਂ ਦੀ ਇਹ ਅਵਸਥਾ ਬਣ ਆਈ ਹੈ ਗੁਰਮੁਖੋ, ਪਰ ਇਹ ਬਣ ਆਈ ਹੈ ਗੁਰੂ ਦੀ ਕਿਰਪਾ ਨਾਲ, ਨਾਮ ਦੇ ਸਿਮਰਨ ਦੇ ਨਾਲ। ਸੋ ਇਹ ਵਿਚਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸਿਮਰਨ ਦੀ ਪ੍ਰੇਰਨਾ ਇਸ ਸੰਸਾਰ ਨੂੰ ਕਰਨ ਵਾਸਤੇ ਰੱਖੀ ਗਈ ਹੈ। ਸੋ ਕਲਯੁਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਵੀ ਹੈ ਅਤੇ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਵੀ ਹੈ, ਨਾਮ ਜਪੋ, ਨਾਮ ਜਪੋ, ਨਾਮ ਜਪੋ, ਸਿਮਰਨ ਕਰੋ, ਵਾਹਿਗੁਰੂ ਦੀ ਭਗਤੀ ਕਰੋ ਗੁਰਮੁਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।